ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਨਾਲ ਉਹਨਾਂ ਸ਼ਖਸੀਅਤਾਂ ਦੀ ਮੁਲਾਕਾਤ ਕਰਵਾਉਣ ਦੀ ਜਿਨ੍ਹਾਂ ਦੀ ਕੋਈ ਨਾ ਕੋਈ ਦੇਣ ਹੈ ਸਾਡੇ ਭਾਈਚਾਰੇ ਨੂੰ। ਇਹਨਾਂ ਵਿੱਚੋਂ ਇੱਕ ਐਸੀ ਹੀ ਸ਼ਖਸੀਅਤ ਹਨ ਸਰਦਾਰ ਮੋਹਤਾ ਸਿੰਘ ਚੀਤਾ। ਤਕਰੀਬਨ ਪਿਛਲੇ 47 ਸਾਲਾਂ ਤੋਂ ਇਹ ਕੈਨੇਡਾ ਵਿੱਚ ਰਹਿ ਰਹੇ ਨੇ। ਇਹਨਾਂ ਨੇ ਜੋ ਕੁਝ ਇੱਥੇ ਦੇਖਿਆ, ਕਮਿਊਨਿਟੀ ਦੇ ਵਿੱਚ ਜੋ ਕੁਝ ਚੇਂਜਸ ਆਏ, ਕਮਿਊਨਿਟੀ ਦੀ ਕੀ ਉਪਲਬਧੀਆਂ ਨੇ, ਕਮਿਊਨਿਟੀ ਦੇ ਵਿੱਚ ਕਿਹੜੇ ਚੈਲੰਜਸ ਸੀ, ਉਸ ਦੇ ਵਿੱਚ ਇਹਨਾਂ ਨੇ ਆਪਣਾ ਵੀ ਯੋਗਦਾਨ ਪਾਇਆ। ਆਓ ਅੱਜ ਤੁਹਾਨੂੰ ਮਿਲਾਉਂਦੇ ਹਾਂ ਸਰਦਾਰ ਮੋਹਤਾ ਸਿੰਘ ਚੀਤਾ ਨਾਲ ਅਤੇ ਇਸ ਸੀਰੀਜ਼ ਵਿੱਚ ਹਰ ਹਫ਼ਤੇ ਤੁਹਾਡੇ ਨਾਲ ਅਸੀਂ ਸਾਂਝ ਪਾਇਆ ਕਰਾਂਗੇ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਜੀਵਨ ਵਿੱਚ ਜੋ ਕੁਝ ਇਹਨਾਂ ਨੇ ਕੀਤਾ ਉਸ ਵਿੱਚੋਂ ਅਸੀਂ ਖਾਸ ਤੌਰ 'ਤੇ ਆਪਣੀ ਨਵੀਂ ਪਨੀਰੀ ਨੂੰ ਕੀ ਸਿਖਾ ਸਕਦੇ ਹਾਂ ਅਤੇ ਕੀ ਸਾਨੂੰ ਸਿੱਖਣ ਦੀ ਲੋੜ ਹੈ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮਚ ਹਰਪ੍ਰੀਤ ਸਿੰਘ ਜੀ, ਥੈਂਕ ਯੂ ਸੋ ਮਚ ਫॉर ਬ੍ਰਿੰਗਿੰਗ ਮੀ ਟੂ ਦਿਸ ਸ਼ੋ। ਪਲੇਜ਼ਰ ਹੈਵਿੰਗ ਯੂ ਜੀ। ਥੋੜ੍ਹਾ ਜਿਹਾ ਪਿਛੋਕੜ ਜੀ ਜਾਵਾਂਗੇ, ਕਦੋਂ ਤੁਹਾਡਾ ਮਨ ਬਣਿਆ ਕੈਨੇਡਾ ਆਉਣ ਨੂੰ, ਅਤੇ ਸਾਨੂੰ ਲੈ ਕੇ ਚਲੋ ਉਸ ਸਫ਼ਰ ਦੇ ਵਿੱਚ ਇਤਿਹਾਸ ਦੇ ਉਹਨਾਂ ਪੰਨਿਆਂ ਨਾਲ ਜੋੜੋ ਜਿਨ੍ਹਾਂ ਦੇ ਕਿ ਤੁਸੀਂ ਵਿਟਨੈਸ ਹੈਗੇ ਹੋ ਅਤੇ ਜਿਨ੍ਹਾਂ 'ਚੋਂ ਅਸੀਂ ਕੁਝ ਸਿੱਖ ਸਕਦੇ। ਜੀ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਕਿ ਮੈਂ ਕੈਨੇਡਾ ਆਉਣ ਤੋਂ ਪਹਿਲਾਂ ਕੀਨੀਆ ਈਸਟ ਅਫਰੀਕਾ ਦੇ ਵਿੱਚ ਰਹਿੰਦਾ ਸੀ, ਨੈਰੋਬੀ ਵਿੱਚ ਮੈਂ ਰਹਿੰਦਾ ਸੀ। ਉੱਥੇ ਮੈਂ ਐਜ਼ ਏ ਬੈਂਕ ਆਫਿਸਰ ਦਾ ਕੰਮ ਕੀਤਾ ਥੋੜ੍ਹੇ 10 ਸਾਲ ਜੀ। ਉਸ ਤੋਂ ਉਪਰੰਤ ਮੈਂ ਇੱਥੇ ਕੈਨੇਡਾ ਵਿੱਚ 1966 ਦੇ ਵਿੱਚ ਆਇਆ ਜੀ। ਅਤੇ ਉਹਦੇ ਕਈ ਕਾਰਨ ਹੈਗੇ ਆ, ਜਿਸ ਤਰ੍ਹਾਂ ਕਿ ਉੱਥੇ ਦੀ ਚੇਂਜਿਸ ਜਿਹੜੀਆਂ ਸੀਗੀਆਂ ਪੋਲੀਟੀਕਲ ਚੇਂਜਿਸ ਕੀਨੀਆ ਦੇ ਵਿੱਚ। ਉਸ ਵਕਤ ਜਿਹੜੀਆਂ ਜੋਬਸ ਸਨ ਉਹ ਐਫਰੀਕਨਾਈਜ਼ ਕੀਤੀਆਂ ਜਾ ਰਹੀਆਂ ਸੀਗੀਆਂ ਜੀ। ਸੋ ਉਹਨਾਂ ਗੱਲਾਂ ਨੂੰ ਦਰ ਜਾਂ ਮੁੱਖ ਰੱਖ ਕੇ ਇਹ ਇੱਕ ਸਟੈਪ ਲਿਆ ਗਿਆ ਕਿ ਮੈਂ ਸ਼ਾਇਦ ਚੰਗਾ ਹੋਵੇ ਜੇ ਕੋਈ ਹੋਰ ਜਗ੍ਹਾ ਜਿੱਥੇ ਜਾ ਕੇ ਬੱਚਿਆਂ ਦਾ ਫਿਊਚਰ ਹੋਵੇ, ਆਪਣਾ ਫਿਊਚਰ ਹੋਵੇ, ਉੱਥੇ ਜਾ ਸਕੀਏ ਜੀ। ਸੋ ਇਹਨਾਂ ਕਾਰਨਾਂ ਕਰਕੇ ਮੈਂ ਵੈਨਕੂਵਰ ਦੇ ਵਿੱਚ 1966 ਦੇ ਵਿੱਚ ਆਇਆ। 1966 ਵਿੱਚ ਜਦੋਂ ਤੁਸੀਂ ਕੈਨੇਡਾ ਆਏ ਉਸ ਸਮੇਂ ਦੇ ਹਾਲਾਤ ਥੋੜ੍ਹੇ ਜਿਹੇ ਦੱਸੋ ਕਿ ਕੀ ਮਾਹੌਲ ਸੀ ਇੱਥੇ, ਕਿੰਨੇ ਕੁ ਆਪਣੇ ਭਾਈਚਾਰੇ ਵਿੱਚੋਂ ਲੋਕ ਇੱਥੇ ਰਹਿੰਦੇ ਸੀ, ਕਿਸ ਤਰੀਕੇ ਦਾ ਤੁਹਾਡਾ ਸਵਾਗਤ ਹੋਇਆ, ਕਿਹੜੇ ਤੁਸੀਂ ਉਸ ਸਮੇਂ ਚੈਲੰਜਸ ਫੇਸ ਕੀਤੇ? ਜੀ, ਜਿਸ ਵਕਤ ਮੈਂ ਇੱਥੇ ਆਇਆ ਜੀ, ਦਰਅਸਲ ਸਭ ਤੋਂ ਪਹਿਲਾਂ ਜਿਹੜੀ ਮੇਰੀ ਲੈਂਡਿੰਗ ਹੋਈ ਜੀ, ਮੈਂ ਪ੍ਰਿੰਸ ਜੌਰਜ ਦੇ ਏਰੀਏ ਦੇ ਵਿੱਚ ਆਇਆ ਸਾਂ, ਕਿਉਂਕਿ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਜੀਵਨ ਸਿੰਘ ਉੱਥੇ ਆ ਕੇ ਕੰਮ ਕਰਦੇ ਸਨ ਮੇਰੇ ਤੋਂ ਪਹਿਲਾਂ। ਉਹ ਤਕਰੀਬਨ 4 ਸਾਲ ਪਹਿਲਾਂ 1962 ਦੇ ਵਿੱਚ ਆਏ ਸਨ ਜੀ। ਅਤੇ ਜਿਸ ਕਰਕੇ ਕੁਦਰਤੀ ਸੀ ਕਿ ਮੈਂ ਉਹਨਾਂ ਦੇ ਪਾਸ ਗਿਆ ਔਰ ਉੱਥੇ ਮੈਨੂੰ ਨਾਰਥਵੁੱਡ ਮਿਲਸ ਜਿਹੜੀ ਕਿ ਨੋਰੈਂਡਾ ਮਾਈਨ ਦੇ ਥੱਲੇ ਓਪਰੇਟ ਕਰਦੀ ਸੀਗੀ, ਉਹਦੇ 'ਚ ਮੈਨੂੰ ਐਡਮਿਨਿਸਟ੍ਰੇਸ਼ਨ ਆਫਿਸ ਦੇ ਵਿੱਚ ਕੰਮ ਕਰਨ ਦਾ ਮੈਨੂੰ ਉੱਥੇ ਮੌਕਾ ਮਿਲਿਆ। ਔਰ ਉਸ ਵਕਤ ਜਿੱਥੇ ਮੈਂ ਕੰਮ ਕਰਦਾ ਸਾਂ ਉੱਥੇ ਤਕਰੀਬਨ 400-500 ਬੰਦਾ ਉਸ ਸਾਈਟ ਦੇ ਵਿੱਚ ਰਹਿੰਦਾ ਸੀ, ਜਿਨ੍ਹਾਂ ਵਿੱਚ ਸਿਰਫ ਆਪਣੇ ਹਿੰਦੁਸਤਾਨ ਤੋਂ ਜਿਹੜੇ ਆਏ ਵਿਅਕਤੀ ਸਨ, ਜਾਂ ਮੇਰੇ ਵੱਡੇ ਭਾਈ ਸਾਹਿਬ ਮੈਂ ਸੀ, ਤਾਂ ਜਾਂ ਸਾਡਾ ਪਰਿਵਾਰ ਸੀਗਾ, ਉਸ ਤੋਂ ਇਲਾਵਾ ਕੋਈ ਨਹੀਂ ਸੀਗਾ। ਸੋ ਇਸ ਕਰਕੇ ਉਸ ਵਕਤ ਦੀ ਜਿਹੜੀ ਲਾਈਫ ਇੱਕ ਕਿਸਮ ਦੀ ਇਹ ਸੀ ਕਿ ਤੁਸੀਂ ਇੱਕ ਕਿਸਮ ਦਾ ਆਈਸੋਲੇਟਡ ਹੀ ਸੀਗੇ ਦੁਨੀਆ ਤੋਂ ਜੀ। ਈਵਨ ਸਾਨੂੰ ਨੇੜੇ ਪ੍ਰਿੰਸ ਜੌਰਜ ਪੈਂਦਾ ਸੀਗਾ ਉਸ ਜਗ੍ਹਾ ਤੋਂ, ਔਰ ਪ੍ਰਿੰਸ ਜੌਰਜ ਦੇ ਵਿੱਚ ਵੀ ਤਕਰੀਬਨ 4 ਕੀ ਫੈਮਲੀਆਂ ਸੀਗੀਆਂ ਉਸ ਵਕਤ। ਅਤੇ ਜਦੋਂ ਸਾਨੂੰ ਗਾਇਬ ਮੌਕਾ ਮਿਲਦਾ ਸੀਗਾ ਅਤੇ ਅਸੀਂ ਜਦੋਂ ਸ਼ਾਪਿੰਗ ਕਰਨ ਜਾਣਾ ਤਾਂ ਸਾਡਾ ਇੱਕ ਦਿਨ ਮਿੱਥਿਆ ਹੁੰਦਾ ਸੀਗਾ, ਉੱਥੇ ਜਾ ਕੇ ਫਿਰ ਅਸੀਂ ਮਾਲ ਦੇ ਵਿੱਚ ਸ਼ਾਪਿੰਗ ਮਾਲ 'ਚ ਮਿਲ ਲੈਂਦੇ ਸੀਗੇ ਅਤੇ ਸਾਨੂੰ ਇੱਕ ਦੂਸਰੇ ਦੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੁੰਦੀ ਸੀ, ਆਪਣਾਪਨ ਉਹਦੇ ਵਿੱਚ ਮਿਲਦਾ ਸੀਗਾ। ਅਤੇ ਇਹੋ ਜਿਹਾ ਉਸ ਵੇਲੇ ਮਾਹੌਲ ਸੀ। ਵੈਨਕੂਵਰ ਦੇ ਵਿੱਚ ਵੀ ਜਿਸ ਵਕਤ ਮੈਂ ਆਇਆ, ਵੈਨਕੂਵਰ 'ਚ ਬਹੁਤ ਥੋੜ੍ਹੇ ਲੋਕ ਸਨ ਜੀ। ਇੰਨੇ ਤਾਂ ਨਹੀਂ ਕਹਿ ਸਕਦੇ ਕਿ ਸਾਡੀ ਵਿਜ਼ਿਬਿਲਿਟੀ ਨਹੀਂ ਜ਼ਰੂਰ ਸੀਗੀ, ਲੇਕਿਨ ਜ਼ਿਆਦਾ ਲੋਕ ਜਿਹੜੇ ਸਾਡੇ ਸਨ ਉਹ ਤਕਰੀਬਨ ਮਰੀਨ ਡਰਾਈਵ ਜਾਂ ਵੈਨਕੂਵਰ ਜਿਹੜਾ ਸਾਊਥ ਵੈਨਕੂਵਰ ਦਾ ਏਰੀਆ ਹੈਗਾ ਇਹਦੇ ਵਿੱਚ ਸਨ, ਕਿਉਂਕਿ ਉੱਥੇ ਦਰਿਆ ਹੋਣ ਦੇ ਕਾਰਨ ਰਿਵਰ ਫਰੇਜ਼ਰ ਜਿਹੜਾ ਹੈਗਾ ਉਹਦੇ ਕਾਰਨ ਉੱਥੇ ਜਿਹੜੀਆਂ ਉਹਦੇ ਕੰਢੇ 'ਤੇ 100 ਮਿਲਾਂ ਸਨ, ਉੱਥੇ ਪਲਾਈਵੁੱਡ ਮਿਲਾਂ ਸਨ। ਜ਼ਿਆਦਾ ਵਿਅਕਤੀ ਆਪਣੇ ਲੋਕ ਉਹਨਾਂ ਦੇ ਵਿੱਚ ਹੀ ਕੰਮ ਕਰਦੇ ਸਨ। ਔਰ ਇਸ ਕਰਕੇ ਜਿਹੜਾ ਗੁਰਦੁਆਰਾ ਵੀ ਜਿਹੜਾ ਸਾਡਾ ਪਹਿਲਾਂ ਸੀ 1866 2nd ਐਵਨਿਊ 'ਤੇ, ਕਿਸੇ ਜ਼ਮਾਨੇ 'ਚ ਸਿੱਖਾਂ ਦੀ ਵਸੋਂ ਉੱਥੇ ਜ਼ਿਆਦਾ ਹੋਇਆ ਕਰਦੀ ਸੀਗੀ ਆਪਣੇ ਹਿੰਦੁਸਤਾਨੀਆਂ ਦੀ, ਲੇਕਿਨ ਉੱਥੇ ਵਸੋਂ ਘਟਣ ਦੇ ਕਾਰਨ ਇਹ ਗੁਰਦੁਆਰਾ ਵੱਡਾ ਵੀ ਫਿਰ ਆਸ ਸਟਰੀਟ ਦੇ ਉੱਥੇ ਬਣਾਇਆ। ਇੱਥੇ ਗੱਲਬਾਤ ਕਰਾਂਗੇ ਜੀ ਵੈਨਕੂਵਰ ਜਦੋਂ ਤੁਸੀਂ ਆਓਗੇ ਵਿਸਥਾਰ ਵਿੱਚ, ਲੇਕਿਨ ਜਦੋਂ ਤੁਸੀਂ ਪ੍ਰਿੰਸ ਜੌਰਜ ਦੇ ਇਲਾਕੇ ਵਿੱਚ ਪਹੁੰਚੇ ਤਾਂ ਉਸ ਸਮੇਂ ਦਸਤਾਰ ਕਾਰਨ ਕੀ ਕੋਈ ਰੇਸਿਜ਼ਮ, ਕੋਈ ਜੌਬ ਲੈਣ ਦੇ ਵਿੱਚ ਜਾਂ ਲੋਕਾਂ ਵੱਲੋਂ ਕੋਈ ਤਾਣੇ ਮਿਣੇ, ਕਿਉਂਕਿ ਆਪਣੀ ਆਬਾਦੀ ਤਾਂ ਬਹੁਤੀ ਹੈ ਨਹੀਂ ਸੀ ਉੱਥੇ? ਹਾਂਜੀ, ਦਰਅਸਲ ਉਹਨਾਂ ਦਿਨਾਂ ਵਿੱਚ ਪਗੜੀ ਵਾਲਾ ਜੇ ਕੋਈ ਤੁਹਾਨੂੰ ਵਿਅਕਤੀ ਨਜ਼ਰ ਆਉਂਦਾ ਸੀ ਉਹ ਤਾਂ ਕੋਈ ਵਿਰਲਾ ਹੀ ਹੁੰਦਾ ਸੀਗਾ। ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਜਿਹਦੇ ਨਾਲ ਕਿ ਤੁਹਾਡੇ ਨਾਲ ਕੋਈ ਵਿਤਕਰਾ ਹੋਵੇ। ਹਾਂ, ਜੇ ਵਿਤਕਰਾ ਸੀ ਤਾਂ ਜਿੱਥੇ ਤੁਸੀਂ ਕੰਮ ਕਰਨਾ ਕਿਸੇ ਗਵਰਨਮੈਂਟ ਡਿਪਾਰਟਮੈਂਟ ਵਿੱਚ ਜਾਂ ਕਿਸੇ ਬੈਂਕ ਦੇ ਵਿੱਚ ਵੀ ਕੰਮ ਕਰਨਾ ਹੋਵੇ
ਤਾਂ ਉੱਥੇ ਤੁਹਾਨੂੰ ਕਿਸੇ ਆਫਿਸ ਜਗ੍ਹਾ ਤੁਸੀਂ ਲੱਭਣੀ ਹੋਵੇ ਤਾਂ ਉੱਥੇ ਜ਼ਰੂਰ ਵਿਤਕਰਾ ਹੁੰਦਾ ਸੀਗਾ। ਔਰ ਕਿਉਂਕਿ ਪਗੜੀ ਉਹਨਾਂ ਦਿਨਾਂ ਵਿੱਚ ਬਹੁਤ ਇੱਕ ਕਿਸਮ ਦੀ ਸਟ੍ਰੇਂਜ ਹੀ ਚੀਜ਼ ਉਹਨਾਂ ਨੂੰ ਨਜ਼ਰ ਆਉਂਦੀ ਸੀਗੀ, ਖਾਸ ਕਰਕੇ ਇੰਟੀਰੀਅਰ ਦੇ ਵਿੱਚ, ਜਿੱਥੇ ਖਾਸ ਕਰਕੇ ਕੋਈ ਬਹੁਤ ਘੱਟ ਸਿੱਖ ਸਨ। ਤਾਂ ਜੇ ਕੋਈ ਉੱਥੇ ਸਿੱਖ ਸੀਗਾ ਵੀ ਤੇ ਮੋਸਟਲੀ ਜਿਹੜੇ ਇੰਟੈਲੈਕਚੁਅਲ ਪੜ੍ਹੇ ਲਿਖੇ ਪ੍ਰੋਫੈਸ਼ਨਲ ਜਿਹੜੇ ਸਿੱਖ ਸੀਗੇ ਉਹ ਤਕਰੀਬਨ ਜੇ ਸਮਝੋ ਕਿ ਸਸਕੈਚੁਅਨ ਦਾ ਏਰੀਆ ਹੋਇਆ ਜਾਂ ਮੈਨੀਟੋਬਾ ਦਾ ਏਰੀਆ ਹੋਇਆ, ਤੇ ਇੰਟੀਰੀਅਰ ਵਿੱਚ ਕੁਝ ਲੋਕ ਆਏ ਸਨ ਜਿਹੜੇ ਕਿ ਹਾਈਲੀ ਕੁਆਲੀਫਾਈਡ ਪ੍ਰੋਫੈਸ਼ਨਲ ਸੀ। ਉਹਨਾਂ ਦੇ ਸਿਰ ਤੇ ਕਿਤੇ ਵਿਰਲੇ ਦੇ ਬੰਦੇ ਤੇ ਪਗੜੀ ਹੁੰਦੀ ਸੀ, ਤਾਂ ਜੇ ਕੋਈ ਪਗੜੀ ਵਾਲਾ ਬੰਦਾ ਨਜ਼ਰ ਆਉਂਦਾ ਸੀਗਾ ਆਪਣੇ ਇੱਥੇ ਇੰਟੀਰੀਅਰ ਵਿੱਚ, ਤਾਂ ਮੋਸਟਲੀ ਇਹੀ ਸਮਝਿਆ ਜਾਂਦਾ ਸੀਗਾ ਇਹ ਵਿਅਕਤੀ ਵੀ ਸ਼ਾਇਦ ਕੋਈ ਪ੍ਰੋਫੈਸ਼ਨ ਪੁੱਛਣਗੇ, ਤੁਸੀਂ ਟੀਚਰ ਹੋ, ਤੁਸੀਂ ਡਾਕਟਰ ਹੋ, ਇਹੋ ਜਿਹਾ ਸਵਾਲ ਆਮ ਤੌਰ 'ਤੇ ਹੋਇਆ ਕਰਦਾ ਸੀਗਾ। ਉਹਨਾਂ ਦਿਨਾਂ ਵਿੱਚ ਵਿਤਕਰਾ ਤਾਂ ਜ਼ਰੂਰ ਸੀ, ਨੌਕਰੀ ਲੱਭਣ ਦਾ ਵਿਤਕਰਾ ਜ਼ਰੂਰ ਸੀ, ਪਰ ਤੁਹਾਨੂੰ ਸੜਕ 'ਤੇ ਰਾਹੇ ਵਗਾਏ ਕੋਈ ਇਹੋ ਜਿਹਾ ਤਕਲੀਫ ਨਹੀਂ, ਉਹ ਪ੍ਰੋਬਲਮ ਨਹੀਂ ਆਉਂਦੀ ਸੀ। ਸੋ ਤੁਸੀਂ ਜਦੋਂ ਕਹਿੰਦੇ ਹੋ ਤਾਂ ਇੱਥੇ ਆਏ ਸੀ, ਤਾਂ ਉਸ ਤੋਂ ਪਹਿਲਾਂ ਤੁਸੀਂ ਕੀ ਸੋਚਿਆ ਸੀ ਕਿ ਬਈ ਮੈਂ ਉੱਥੇ ਜਾਣਾ ਹੈ ਅਤੇ ਕੀ ਦਸਤਾਰ, ਕਿਉਂਕਿ ਆਮ ਤੌਰ 'ਤੇ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਜੀ ਇੱਥੇ ਆ ਕੇ ਦਸਤਾਰ ਸਜਾਈ ਹੋਈ ਸੀ, ਇਸ ਕਰਕੇ ਨੌਕਰੀ ਨਹੀਂ ਮਿਲਦੀ ਸੀ, ਅਤੇ ਕੀ ਤੁਸੀਂ ਵੀ ਜਦੋਂ ਆਏ ਤਾਂ ਕੋਈ ਮਨ ਦੇ ਵਿੱਚ ਐਸਾ ਕੋਈ ਸੀ ਸਵਾਲ, ਅਤੇ ਕੀ ਤੁਸੀਂ ਦਸਤਾਰ ਨਾਲ ਹੀ ਆਪਣੇ ਜੌਬ ਕੀਤੀ ਸੀ? ਮੈਂ ਜੀ ਪਹਿਲਾਂ 1.5 ਸਾਲ ਤਕਰੀਬਨ ਦਸਤਾਰ ਦੇ ਨਾਲ ਕੰਮ ਕੀਤੀ ਪ੍ਰਿੰਸ ਜਾਰਜ ਦੇ ਏਰੀਏ ਦੇ ਵਿੱਚ ਜੀ। ਉਸ ਵਕਤ ਮੈਨੂੰ ਇੱਕ ਇਨਸੀਡੈਂਟਸ ਯਾਦ ਹੈਗਾ। ਇੱਕ ਉੱਥੇ ਸਭ ਤੋਂ ਵੱਡਾ ਹੋਟਲ ਹੁੰਦਾ ਸੀ ਨਾਰਥ ਆਫ ਦੀ ਇਨ ਆਫ ਦੀ ਨਾਰਥ, ਇਹੋ ਜਿਹਾ ਕੋਈ ਨਾਮ ਹੈ, ਅਤੇ ਉਸ ਜਗ੍ਹਾ ਦੇ ਵਿੱਚ ਆਪਣੇ ਇੰਡੀਆ ਦੇ ਹਾਈ ਕਮਿਸ਼ਨਰ ਚੌਧਰੀ ਸਾਹਿਬ ਆਏ। ਮੇਰੇ ਖਿਆਲ ਉਹਨਾਂ ਦੇ ਘਰੋਂ ਕੋਕੇਸ਼ੀਅਨ ਲੇਡੀ ਸੀ ਜਿਸ ਤਰ੍ਹਾਂ ਉਹਨਾਂ ਨੇ ਸ਼ਾਦੀ ਕਰਵਾਈ ਸੀ। ਤਾਂ ਉੱਥੇ ਪ੍ਰਿੰਸ ਜਾਰਜ ਦਾ ਏਰੀਆ, ਮੈਕੈਂਜੀ ਦਾ ਏਰੀਆ, ਫੋਰਟ ਸੇਂਟ ਜੇਮਸ ਤੋਂ ਬੜੇ ਜਿੰਨੇ ਕੁਨੈਲ ਵਿਲੀਅਮਸ ਲੇਕ ਤੋਂ ਜਿੰਨੇ ਲੋਕ ਸੀ ਜਿਨ੍ਹਾਂ ਨੂੰ ਪਤਾ ਲੱਗਾ ਕਿ ਆਪਣੇ ਇੰਡੀਆ ਦੇ ਹਾਈ ਕਮਿਸ਼ਨਰ ਸਾਹਿਬ ਆ ਰਹੇ, ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਹੋਟਲ ਦੇ ਵਿੱਚ ਸੱਦਾ ਦਿੱਤਾ ਗਿਆ। ਉਹ ਸਾਰੇ ਲੋਕ ਆਏ, ਅਤੇ ਉਸ ਵਕਤ ਸਿਰਫ ਇੱਕੋ ਇੱਕ ਮੈਂ ਬੰਦਾ ਐਸਾ ਸੀ ਜਿਹਦੇ ਸਿਰ 'ਤੇ ਪਗੜੀ ਸੀ, ਅਤੇ ਜਿਹੜੇ ਹਾਈ ਕਮਿਸ਼ਨਰ ਸਾਹਿਬ ਸੀ ਉਹ ਆਪਣੀ ਵਾਈਫ ਨੂੰ ਲੈ ਕੇ ਇੱਕ ਕੋਨੇ ਤੋਂ ਦੂਸਰੇ ਕੋਨੇ ਹਾਲ ਦੇ ਵਿੱਚ ਤੇ ਮੈਂ ਖੜਾ ਸੀ, ਮੇਰੇ ਕੋਲ ਆਏ ਔਰ ਮੈਂ ਕਿਹਾ, ਅਤੇ ਉਹਨਾਂ ਨੂੰ ਆ ਕਹਿੰਦੇ ਲੁੱਕ ਆਈ ਸ਼ੋ ਯੂ ਕੈਨ ਆਲਸੋ ਸੀ ਅ ਸਿੱਖ ਪ੍ਰੈਜ਼ੈਂਟ ਸੋ ਫਾਰ ਅਵੇ ਫਰੋਮ ਇੰਡੀਆ, ਅਤੇ ਮੇਰੇ ਨਾਲ ਖਾਸ ਕਰਕੇ ਮਿਲਣ ਵਾਸਤੇ। ਔਰ ਮੇਰੇ ਖਿਆਲ ਮੈਂ ਨਹੀਂ ਸੀ, ਮੇਰੀ ਪਗੜੀ ਉਹ ਦੇਖਣ ਵਾਸਤੇ ਵੀ ਇੱਥੇ ਵੀ ਐਡੀ ਦੂਰ ਵੀ ਅਸੀਂ ਹਿੰਦੁਸਤਾਨ ਦੇ ਵਾਸਤੇ ਵੀ ਇੱਥੇ ਵੀ ਸਰਦਾਰੀ ਪਗੜੀ ਵਾਲਾ ਹੈਗਾ। ਸੋ ਇਹੋ ਜਿਹਾ ਉਸ ਵਕਤ ਹਾਲਾਤ ਸਨ। ਪ੍ਰਿੰਸ ਜਾਰਜ ਬਹੁਤ ਛੋਟਾ ਜਿਹਾ ਸ਼ਹਿਰ ਹੁੰਦਾ ਸੀ, ਤਕਰੀਬਨ 3 ਮੇਨ ਸਟਰੀਟਾਂ ਹੁੰਦੀਆਂ ਸੀਗੀਆਂ ਜੀ, ਫਸਟ ਐਵਨਿਊ, ਸੈਕੰਡ, ਥਰਡ ਐਵਨਿਊ, ਅਤੇ ਕੋਈ ਗੁਰਦੁਆਰਾ ਨਹੀਂ ਹੋਇਆ ਕਰਦਾ ਸੀਗਾ। ਬਹੁਤ ਥੋੜ੍ਹੇ ਸਾਰੇ ਲਿਮਿਟਡ ਹੀ ਬੰਦੇ ਸੀ ਜਿਹੜੇ ਉੱਥੇ ਨੌਕਰੀਆਂ ਵੀ ਕਰਦੇ ਸਨ। ਮਿੱਲਾਂ ਦੇ ਵਿੱਚ ਲੋਕ ਆਮ ਲੇਬਰ ਦਾ ਕੰਮ ਕਰਦੇ ਸਨ, ਔਰ ਉਹ ਕੰਮ ਕਰਕੇ ਜਿਸ ਵਕਤ ਵਿੰਟਰ ਆਉਂਦਾ ਸੀ, ਵਿੰਟਰ ਨੂੰ ਤਾਂ ਆਮ ਤੌਰ 'ਤੇ ਵੈਨਕੂਵਰ ਵੱਲ ਆ ਜਾਂਦੇ ਸੀ, ਅਤੇ ਜਦੋਂ ਥੋੜ੍ਹਾ ਸਮਰ ਹੋਣਾ ਤਾਂ ਸਿਰਫ ਨੌਕਰੀ ਦੀ ਕਾਰਨ ਉੱਥੇ ਜਾਂਦੇ ਸਨ, ਅਤੇ ਉੱਥੇ ਕੋਈ ਘਰ ਵਗੈਰਾ ਖਰੀਦਣ ਵਾਸਤੇ ਤਿਆਰ ਨਹੀਂ ਸੀ। ਵਾਟ ਅਬਾਊਟ ਦ ਸੋਸ਼ਲ ਲਾਈਫ, ਕਿਸ ਤਰ੍ਹਾਂ ਦਾ ਤੁਹਾਡਾ ਸਮਾਂ ਕਿਵੇਂ ਬਿਤਾਉਂਦੇ ਸੀ? ਨੌਕਰੀ ਤੋਂ ਬਾਅਦ ਘਰ ਆ ਕੇ ਕੀ ਕਰਦੇ ਸੀ? ਅਤੇ ਨਾਲ ਖਾਣ ਪੀਣ ਦੀ ਜਦੋਂ ਗੱਲ ਆਉਂਦੀ ਤਾਂ ਕੀ ਉਸ ਸਮੇਂ ਕੋਈ ਇੰਡੀਅਨ ਗਰੋਸਰੀ ਜਾਂ ਕੋਈ ਇਸ ਤਰ੍ਹਾਂ ਦਾ ਸਮਾਨ ਸਮੂਨ ਮਿਲ ਜਾਂਦਾ ਸੀ? ਬੜੀ ਸੋਹਣੀ ਤੁਸੀਂ ਗੱਲ ਕੀਤੀ। ਜਿਸ ਵਕਤ ਅਸੀਂ ਪ੍ਰਿੰਸ ਜਾਰਜ ਸਾਂ, ਕਿਉਂਕਿ ਅਸੀਂ ਫੈਮਲੀਆਂ ਥੋੜ੍ਹੀਆਂ ਸਨ ਜੀ, ਇੱਕ ਡਾਕਟਰ ਸ਼ਰਮਾ ਸੀ, ਇੱਕ ਹੋਰ ਡਾਕਟਰਸ ਸੀਗੇ, ਅਤੇ ਇੱਕ SNS ਸਟੋਰ ਵਾਲੇ ਹਰਬੀ ਸੀਗਾ ਉੱਥੇ, ਅਤੇ ਇੱਕ ਡਾਕਟਰ ਡੀ ਰਜ਼ੇਰੀਓ ਸੀਗੇ, ਉਹ ਪ੍ਰੋਫੈਸ਼ਨਲ ਡਾਕਟਰ ਸੀਗੇ ਅਤੇ ਬੜੇ ਲਾਇਕ ਬੰਦੇ ਸੀਗੇ। ਅਤੇ ਇੱਕ ਸਾਡਾ ਪਰਿਵਾਰ ਸੀਗਾ, ਅਸੀਂ ਸਿਰਫ ਬੰਦੇ ਸੀ ਉਸ ਵਕਤ ਉੱਥੇ ਪ੍ਰਿੰਸ ਜਾਰਜ। ਅਤੇ ਜੋ ਅਸੀਂ ਸ਼ਾਪਿੰਗ ਕਰਨ ਜਾਂਦੇ ਤਾਂ ਸਾਨੂੰ ਉਸ ਵਕਤ ਵੁੱਡਵਰਡ ਬੜਾ ਕਾਮਨ ਅਤੇ ਬੜਾ ਮਸ਼ਹੂਰ ਸਟੋਰ, ਬੜਾ ਹਾਈ ਕਲਾਸ ਦਾ ਸਟੋਰ ਹੋਇਆ ਕਰਦਾ ਸੀ ਜੀ। ਅਤੇ ਅਸੀਂ ਇੱਕ ਵਾਰ ਉੱਥੇ ਸ਼ਾਪਿੰਗ ਕਰ ਰਹੇ, ਅਤੇ ਸਾਡੇ ਪਾਸ ਮੈਨੇਜਰ ਆਇਆ ਉੱਥੇ ਦਾ। ਉਹਨਾਂ ਆ ਕੇ ਸਵਾਲ ਪੁੱਛਿਆ ਕਿ ਤੁਸੀਂ ਵੀ ਮੈਂ ਇਹ ਕੰਸਰਨ ਹੈ ਕਿ ਤੁਸੀਂ ਆਉਂਦੇ ਹੋ ਸ਼ਾਪਿੰਗ ਕਰਨ ਵਾਸਤੇ, ਅਤੇ ਤੁਸੀਂ ਥੋੜ੍ਹੇ ਜਿਹੇ ਬੰਦੇ ਹੋ ਕਿ ਕੀ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਤੁਹਾਨੂੰ ਇੱਥੇ ਮਿਲ ਜਾਂਦੀਆਂ, ਅਤੇ ਜੇਕਰ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਸਾਨੂੰ ਤੁਸੀਂ ਲਿਸਟ ਦਿਓ, ਅਤੇ ਅਸੀਂ ਉਹ ਚੀਜ਼ਾਂ ਤੁਹਾਡੇ ਵਾਸਤੇ ਬਣਾ ਕੇ ਮੰਗਵਾ ਕੇ ਸਟੋਰ ਦੇ ਵਿੱਚ ਤੁਹਾਡੀ ਰੱਖਾਂਗੇ। ਇਹਦੇ ਬਾਰੇ ਕਿਸ ਤਰੀਕੇ ਦਾ ਕਨੈਕਸ਼ਨ ਹੁੰਦਾ ਸੀ ਆਮ ਲੋਕਾਂ ਦੇ ਨਾਲ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣੇ ਸਰਦਾਰ ਮੋਤਾ ਸਿੰਘ ਚੀਤਾ ਨਾਲ, ਜਿਹੜੇ ਕਿ 1966 ਵਿੱਚ ਕੈਨੇਡਾ ਆਏ ਸੀ, ਪ੍ਰਿੰਸ ਜਾਰਜ ਵਿੱਚ ਤਕਰੀਬਨ 2 ਸਾਲ ਰਹੇ, ਅਤੇ ਉਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸਨ ਉਸ ਦੇ ਬਾਰੇ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ। ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ। ਸੋ ਸੋਸ਼ਲ ਲਾਈਫ ਦੀ ਜਦੋਂ ਗੱਲ ਕਰ ਰਹੇ ਸੀ, ਇੰਟਰੈਕਸ਼ਨ ਜਿਹੜੀ ਹੁੰਦੀ ਸੀ, ਕਿਉਂਕਿ ਕੋਈ ਰੇਸ਼ੀਅਲ ਪ੍ਰੋਫਾਈਲਿੰਗ ਨਹੀਂ ਸੀ, ਬਲਕਿ ਪਗੜੀ ਦੇ ਕਾਰਨ ਤੁਹਾਨੂੰ ਸਤਿਕਾਰ ਮਿਲਦਾ ਹੈ ਸੀ, ਇਹ ਜਿਸ ਤਰ੍ਹਾਂ ਤੁਸੀਂ ਕਿਹਾ। ਹੁਣ ਆਮ ਜਿਹੜੇ ਲੋਕ ਉੱਥੇ ਰਹਿੰਦੇ ਸੀ, ਤਾਂ ਸੋਸ਼ਲ ਲਾਈਫ ਦੇ ਵਿੱਚ ਤੁਸੀਂ ਕੀ ਕਰਦੇ ਸੀ, ਕਿਵੇਂ ਸਮਾਂ ਬਿਤਾਉਂਦੇ ਸੀ ਆਪਣਾ? ਬਹੁਤ ਮੁਸ਼ਕਿਲ ਸੀਗਾ ਜੀ। ਜਿਸ ਵਕਤ ਅਸੀਂ, ਕਿਉਂਕਿ ਅਸੀਂ ਕੀਨੀਆ ਤੋਂ ਆਏ, ਕੀਨੀਆ ਇੱਕ ਐਸਾ ਮੁਲਕ ਸੀ ਜਿੱਥੇ ਕਿ ਅਸੀਂ ਬਿਲਕੁਲ ਹਿੰਦੁਸਤਾਨ ਜਾਂ ਪੰਜਾਬ ਵਾਂਗੂ ਅਸੀਂ ਉੱਥੇ ਰਹਿੰਦੇ ਸਨ, ਹਰ ਕਿਸਮ ਦੀ ਫੈਸਿਲਿਟੀ ਸੀਗੀ। ਅਤੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ
ਕਲੋਨੀਅਲ ਰਾਜ ਸੀਗਾ ਤੇ ਘਰ ਦੇ ਵਿੱਚ ਘੱਟ ਤੋਂ ਘੱਟ ਦੋ ਨੌਕਰ ਹੁੰਦੇ ਸਨ, ਜਿਹੜੇ ਕਿ ਅੰਦਰ ਦਾ ਘਰ ਦਾ ਕੰਮ ਕਰਨ ਵਾਲਾ ਇੱਕ ਨੌਕਰ ਤੇ ਇੱਕ ਬਾਹਰਲਾ ਕੰਮ ਕਰਨ ਵਾਲਾ, ਜਿਵੇਂ ਕਾਰ ਵਗੈਰਾ ਧੋਣੀ, ਹੋਰ ਕੁਝ ਕੰਮ ਕਰਨੇ। ਤੇ ਆਮ ਲੋਕਾਂ ਦੇ ਕੋਲ ਦੋ ਨੌਕਰ ਹੋਇਆ ਕਰਦੇ ਸਨ। ਸੋ ਇਸ ਕਰਕੇ ਜਿਸ ਵਕਤ ਇੱਥੇ ਆਏ ਤਾਂ ਸਾਡੇ ਵਾਸਤੇ ਸਾਨੂੰ ਬਹੁਤ ਵੱਡੀ ਇਹ ਚੇਂਜ ਨਜ਼ਰ ਆਈ ਸੀਗੀ। ਖਾਸ ਕਰਕੇ ਲੇਡੀਜ਼ ਨੂੰ, ਜਿਸ ਤਰ੍ਹਾਂ ਮੇਰੇ ਮਿਸਿਸ ਆਏ ਤੇ ਉਹਨਾਂ ਨੂੰ ਕੀਨੀਆ ਵਿੱਚ ਹੀ ਤਕਰੀਬਨ 5-6 ਸਾਲ ਦੇ ਸੀ ਜਿਸ ਵਕਤ ਆਏ, ਤੇ ਉੱਥੇ ਹੀ ਉਹ ਜਵੇ ਭਲੇ ਸੀ। ਤੇ ਉਹਨਾਂ ਨੂੰ ਇਹ ਜਗ੍ਹਾ ਫਿਰ ਬਿਲਕੁਲ ਪਸੰਦ ਨਹੀਂ ਸੀ ਆਉਂਦੀ। ਤਾਂ ਉਹਨਾਂ ਨੇ ਸਾਨੂੰ ਆਖਿਆ ਵੀ ਇਹਦੋਂ ਤਾਂ ਚੰਗਾ ਵੀ ਜਿੱਦਾਂ ਅਸੀਂ ਰਹਿਣਾ ਇੱਥੇ, ਸਾਡਾ ਆਪਣਾ ਕੋਈ ਬੰਦਾ ਨਹੀਂ, ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਨਾ ਸਾਡੀ ਕੋਈ ਕਲਚਰਲ ਸਾਂਝ ਹੈ, ਨਾ ਕੁਛ ਨਹੀਂ ਹੈ। ਔਰ ਉੱਥੇ ਜਿਹੋ ਜਿਹਾ ਅੰਗਰੇਜ਼ ਜਿਹੜੀ ਵੈਸਟਰਨ ਸਟਾਈਲ ਲਾਈਫ ਹੈ ਉਹਦੇ ਨਾਲ ਹੀ ਅਸੀਂ ਉਹਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹਨੂੰ ਚੰਗਾ ਤਾਂ ਅਸੀਂ ਵਾਪਸ ਕੀਨੀਆ ਚੱਲ ਜਾਣਾ, ਵੀ ਸਾਡਾ ਇੱਥੇ ਦਿਲ ਨਹੀਂ ਲੱਗਦਾ। ਲੇਕਿਨ ਇੱਕ ਐਸਾ ਇੰਸੀਡੈਂਸ ਹੋਇਆ, ਅਸੀਂ ਸੋਚ ਵੀ ਲਿਆ ਕਿ ਅਸੀਂ ਵਾਪਸ ਹੀ, ਹਾਲਾਂਕਿ ਮੈਨੂੰ ਕੰਮ ਦੀ ਕੋਈ ਤਕਲੀਫ ਨਹੀਂ, ਕਿਉਂਕਿ ਮੈਨੂੰ ਕੰਮ ਉਸ ਵੇਲੇ ਰਾਈਟ ਵੇ ਮਿਲ ਗਿਆ, ਔਰ ਬਲਕਿ ਮੈਂ ਆਪਣੀ ਮਰਜ਼ੀ ਨਾਲ ਘਰ ਬੈਠ ਕੇ ਥੋੜ੍ਹਾ ਜਿਹਾ ਆਰਾਮ ਕਰਕੇ ਮੈਂ ਕੰਮ 'ਤੇ ਗਿਆ। ਲੇਕਿਨ ਅਸੀਂ ਜਿਸ ਵਕਤ ਆਏ ਉਸ ਵਕਤ ਵਿੰਟਰ ਦਾ ਟਾਈਮ ਸੀ, ਅਤੇ ਕੁਛ ਇਨਵਾਇਰਮੈਂਟਲ ਚੇਂਜ ਹੋਈਆਂ, ਅਤੇ ਜਿਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇੰਨੀ ਸਨੋ ਨਹੀਂ ਪੈਂਦੀ। ਉਹਨਾਂ ਦਿਨਾਂ ਵਿੱਚ ਇਤਨੀ ਸਨੋ ਪੈਂਦੀ ਸੀ ਕਿ ਘਰ ਦੇ ਜਿਹੜੇ ਵਿੰਡੋ ਉਹ ਵੀ ਅੱਧੇ ਜਿਹੜੇ ਸਨੋ ਦੇ ਨਾਲ ਕਵਰ ਹੋ ਜਾਂਦੇ ਸੀਗੇ। ਤੇ ਜੇ ਤੁਹਾਡੀ ਕਾਰ ਬਾਹਰ ਬੈਕਯਾਰਡ 'ਚ ਖੜੀ ਹੈ, ਜੇ ਤੁਸੀਂ ਨਹੀਂ ਚਲਾਈ ਜਾਓ ਤਾਂ ਸਨੋ ਨਹੀਂ ਹਟਾਈ, ਤੇ ਉਹ 1-2 ਮਹੀਨੇ ਅੰਦਰ ਸਾਰੀ ਸਨੋ ਦੇ ਨਾਲ ਕਵਰ ਹੋ ਜਾਂਦੀ, ਤਾਂ ਤੁਹਾਨੂੰ ਇਹ ਵੀ ਨਹੀਂ ਦਿਸਦਾ ਕਿ ਕਾਰ ਕਿੱਥੇ ਖੜੀ, ਤੁਹਾਨੂੰ ਢੂੰਡਣੀ ਪੈਂਦੀ ਤੁਹਾਡੇ ਕਿੱਥੇ ਹੋਏਗੀ। ਹਰ ਰੋਜ਼ ਰਸਤਾ ਬਣਾਉਣਾ ਪੈਂਦਾ ਸੀਗਾ, ਜਿੱਥੋਂ ਬੱਚਿਆਂ ਦੀ ਆਵਾਜਾਈ ਘਰ ਦੇ ਮੂਹਰੇ ਕਲੀਅਰ ਕਰਨੇ ਪੈਂਦੇ ਸੀ। ਘਰ ਆ ਕੇ ਪਹਿਲਾਂ ਸਵੇਰ ਉੱਠ ਕੇ ਸਨੋ ਚੱਕੋ, ਫਿਰ ਜਿਹੜਾ ਬਾਕੀ ਦਾ ਕੰਮ ਸ਼ੁਰੂ ਹੋਇਆ ਕਰਦਾ ਸੀਗਾ। ਤਾਂ ਉੱਥੇ ਦੀ ਲਾਈਫ ਇਹੋ ਜਿਹੀ ਸੀਗੀ ਹਰਪ੍ਰੀਤ ਜੀ ਕਿ ਅਸੀਂ ਤਕਰੀਬਨ ਜਿੱਥੇ ਰਹਿੰਦੇ ਸਨ ਉੱਥੇ ਲੋਕੀ ਜ਼ਿਆਦਾ ਤੌਰ 'ਤੇ ਫਿਸ਼ਿੰਗ ਕਰ ਚਲੇ ਜਾਂਦੇ ਹਨ ਦਰਿਆ 'ਤੇ, ਜਾਂ ਲੋਕੀ ਲੇਕਸ 'ਤੇ ਜਾਂਦੇ ਸਨ। ਜਦੋਂ ਸਮਰ ਆਇਆ ਤੇ ਪਿਕਨਿਕ 'ਤੇ ਦਰਿਆ ਦੇ ਕੰਢੇ ਕਿਸੇ ਵੇਲੇ ਬੈਠ ਜਾਓ, ਬਸ ਇਹੋ ਜਿਹੀ ਕੋਈ ਸੋਸ਼ਲ ਲਾਈਫ ਸੀ, ਇਹ ਤੋਂ ਜ਼ਿਆਦਾ ਕੋਈ ਖਾਸ ਹੈ ਨਹੀਂ ਸੀ। ਤਾਂ ਜਿਸ ਕਿ ਜਿਵੇਂ ਆਪ ਜੀ ਦੱਸਿਆ ਕਿ ਸਾਡਾ ਮਿਸਿਸ ਦਾ ਖਾਸ ਕਰਕੇ ਉਹਨਾਂ ਨੇ ਕਿਹਾ ਵੀ ਆਪਾਂ ਵਾਪਸ ਚਲੀਏ। ਲੇਕਿਨ ਕੀ ਹੋਇਆ, ਇੱਕ ਸਾਡੇ ਇੱਥੇ ਗੋਰੇ ਅੰਗਰੇਜ਼ ਦੋਸਤ ਸਨ, ਜਿਹੜੇ ਕਿ ਸਮਝ ਲਓ ਕਿ ਸਾਡੇ ਪਿਤਾ ਜੀ ਦੀ ਉਮਰ ਦੇ ਹੋਣਗੇ, ਲੇਕਿਨ ਅਸੀਂ ਉਹਨਾਂ ਨੂੰ ਘਰ ਦੇ ਵਿੱਚ, ਉਹਨਾਂ ਦਾ ਨਾਮ ਬੱਡ ਹੀਂਦ ਸੀਗਾ, ਅਤੇ ਉਹਨਾਂ ਨੂੰ ਅਸੀਂ ਆਪਣੇ ਇੰਨਾ ਹੀ ਸਤਿਕਾਰ ਦਿੰਦੇ ਸਨ, ਬਜ਼ੁਰਗਾਂ ਜਿੰਨਾ ਹੀ। ਅਤੇ ਉਹਨਾਂ ਨੇ ਦੇਖਿਆ ਕਿ ਅਸੀਂ ਬੜੇ ਮਾਯੂਸ ਜਿਹੇ ਹੈਗੇ ਹਾਂ, ਅਤੇ ਇਹ ਸੋਚਦੇ ਹਾਂ ਕਿ ਅਸੀਂ ਇੱਥੋਂ ਵਾਪਸ ਚਲੇ ਜਾਈਏ। ਤਾਂ ਇੱਕ ਦਿਨ ਆ ਕੇ ਕਹਿੰਦੇ ਵੀ ਤੁਸੀਂ ਥੋੜ੍ਹੇ ਕੁ ਮਹੀਨੇ ਹੋਰ ਠਹਿਰ ਜਾਓ, ਅਤੇ ਵੀ ਜਦੋਂ ਸਨੋ ਵਗੈਰਾ ਢਲ ਜਾਏਗੀ ਫਿਰ ਤੁਸੀਂ ਇਹ ਸਲਾਹ ਬਣਾਓ। ਠੀਕ ਹੈ। ਅਤੇ ਇੱਕ ਦਿਨ ਐਸਾ ਆਇਆ ਜਦੋਂ ਸਨੋ ਢਲ ਗਈ, ਅਤੇ ਉਹ ਅਤੇ ਉਹਦੇ ਘਰੋਂ ਲਿਲੀਅਨ ਹੇਨਸ ਦੋਨੇ ਜਣੇ ਆ ਕੇ ਇੱਕ ਬ੍ਰੈਂਡ ਨਿਊ ਕਾਰ ਲਿਆ ਕੇ ਤੇ ਦਰਵਾਜ਼ੇ ਮੂਹਰੇ ਆ ਕੇ ਖੜ੍ਹੇ ਹੋ ਗਏ, ਅਤੇ ਮੈਨੂੰ ਆਖਣ ਲੱਗੇ ਕਿ ਤੂੰ ਤਿਆਰ ਹੋ ਜਾ, ਆਪਣੀ ਵਾਈਫ ਨੂੰ ਵੀ ਤਿਆਰ ਕਰ, ਅਤੇ ਆਪਾਂ ਕਿਤੇ ਘੁੰਮਣ ਜਾਣਾ, ਅਤੇ ਨਾਲ ਥੋੜ੍ਹੇ ਜਿਹੇ ਕੱਪੜੇ ਲੈ ਲਿਓ। ਮੈਂ ਕਿਹਾ ਵੀ ਜੇ ਕੱਪੜੇ ਲੈਣੇ ਤਾਂ ਕਿਤੇ ਦੂਰ ਜਾਣਾ ਹੋਏਗਾ। ਖੈਰ ਉਹਨਾਂ ਨੇ ਸਾਨੂੰ ਕਾਰ ਵਿੱਚ ਬਿਠਾ ਲਿਆ, ਆਪਣੀ ਨਵੀਂ ਕਾਰ 'ਚ ਲੈ ਕੇ ਸਾਨੂੰ ਉਹ ਓਕਨਾਗਨ ਵੈਲੀ ਵਿੱਚ ਆ ਗਏ। ਓਕਨਾਗਨ ਵੈਲੀ ਦੇ ਵਿੱਚ ਸੋਇਸ ਲੇਕ ਜਿਹੜੀ ਹੈ, ਲੇਕ ਆਪਣੇ ਹੈਗੀ ਆ ਕੈਮਲੂਪ ਕਲੋਨਾ ਦੇ ਵਿੱਚ, ਉੱਥੇ ਆ ਕੇ ਉਹਨਾਂ ਨੇ ਕੈਬਨਸ ਬੁੱਕ ਕੀਤੀਆਂ ਸੀ। ਅਸੀਂ 2 ਰਾਤਾਂ ਉੱਥੇ ਰਹੇ। ਬਾਅਦ ਵਿੱਚ ਉਹਨੇ ਸਾਨੂੰ ਦਿਨੇ ਔਰਚਰਡਸ ਵਿੱਚ ਲੈ ਜਾਣਾ, ਜਿੱਥੇ ਫਰੈਸ਼ ਪੀਚਿਸ, ਆਪਣੇ ਪੇਅਰ ਅਤੇ ਐਪਲਸ ਵਗੈਰਾ ਪਿਕਿੰਗ ਲਈ। ਉਹਨਾਂ ਨੇ ਸਾਨੂੰ ਆਲਾ ਦੁਆਲਾ ਬਹੁਤ ਚੰਗੇ ਤਰੀਕੇ ਨਾਲ ਪਿਆਰ ਨਾਲ ਦਿਖਾ ਲਿਆ, ਅਤੇ ਫਿਰ ਅਸੀਂ ਵਾਪਸ ਜਾਣ ਲੱਗੇ, ਵੈਨਕੂਵਰ ਦੇ ਵਿੱਚ ਦੀ ਹੋ ਕੇ ਗਏ। ਜਦੋਂ ਵਾਪਸ ਗਏ ਸਾਰਾ ਕੁਝ ਦੇਖਣ ਤੋਂ ਬਾਅਦ ਫਿਰ ਮੈਨੂੰ ਮਿਸਟਰ ਹੇਨਸ ਹੋਰਾਂ ਨੇ ਪੁੱਛਿਆ ਕਿ ਮੋਤਾ ਸਿੰਘ, ਡੂ ਯੂ ਸਟਿਲ ਵਾਂਟ ਟੂ ਗੋ ਬੈਕ ਟੂ ਕੀਨੀਆ? ਅਤੇ ਮੈਂ ਰੀਅਲੀ ਰਿਲੈਕਟੈਂਟ, ਉਸ ਵੇਲੇ ਮੈਂ ਇੰਨਾ ਖੁਸ਼ ਹੋਇਆ ਦੇਖ ਕੇ ਬਈ ਕੈਨੇਡਾ ਦੇ ਵਿੱਚ ਇਹੋ ਹੀ ਜਗ੍ਹਾ ਨਹੀਂ ਹੈ, ਇਹ ਤੋਂ ਹੋਰ ਵੀ ਬੜੀਆਂ ਅੱਛੀ ਜਗ੍ਹਾ ਹੈਗੀਆਂ ਜਿੱਥੇ ਆਪਾਂ ਜਾ ਕੇ ਸੈਟਲ ਹੋ ਸਕਦੇ ਹਾਂ। ਖਾਸ ਕਰਕੇ ਵੈਨਕੂਵਰ ਦਾ ਇਲਾਕਾ ਮੈਨੂੰ ਚੰਗਾ ਲੱਗਾ, ਇਸ ਕਰਕੇ ਮੈਂ ਸੋਚਿਆ ਵੀ ਕਿਉਂ ਨਾ ਕੋਸ਼ਿਸ਼ ਕੀਤੀ ਜਾਵੇ ਵੀ ਇੱਥੋਂ ਆਪਾਂ ਜਗ੍ਹਾ ਇਹ ਨੌਕਰੀ ਇੱਥੋਂ ਚੇਂਜ ਕੀਤੀ ਜਾਵੇ ਔਰ ਵੈਨਕੂਵਰ ਵਿੱਚ ਆ ਜਾਏ। ਅਤੇ ਇਸ ਕਰਕੇ ਮੈਂ 1968 ਮਈ ਦੇ ਮਹੀਨੇ ਵੈਨਕੂਵਰ 'ਚ ਆਇਆ। ਸੋ ਉਹ ਤੁਹਾਨੂੰ ਇੰਨਾ ਆਕਰਸ਼ਿਤ ਕਰ ਲਿਆ ਕਿ ਪਿਛਲੇ 47 ਸਾਲਾਂ ਤੋਂ ਤੁਸੀਂ ਹੁਣ ਕੈਨੇਡਾ 'ਚ ਹੀ ਰਹਿ ਰਹੇ ਹੋ। ਗੱਲਬਾਤ ਚੱਲ ਰਹੀ ਸੀ, ਤੁਸੀਂ ਦੱਸ ਰਹੇ ਸੀ ਵੁੱਡਵਰਡਸ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਜੀ ਉਹਨਾਂ ਨੂੰ ਤੁਸੀਂ ਕਿਹਾ ਕਿ ਉਹਨਾਂ ਨੇ ਤੁਹਾਨੂੰ ਕਿਹਾ ਕਿ ਖਾਣ ਪੀਣ ਲਈ ਸਾਨੂੰ ਦੱਸੋ, ਤਾਂ ਕੀ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਤਾਂ ਕੀ ਉਹ ਚੀਜ਼ਾਂ ਤੁਹਾਨੂੰ ਫਿਰ ਉੱਥੇ ਮਿਲਣੀਆਂ ਸ਼ੁਰੂ ਹੋ ਗਈਆਂ ਸੀ? ਹਾਂਜੀ, ਜਿਵੇਂ ਖਾਸ ਕਰਕੇ ਕਈ ਸਬਜ਼ੀਆਂ ਨਹੀਂ ਸੀ ਮਿਲਦੀਆਂ ਜੀ, ਹਾਂਜੀ, ਔਰ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਰੋਟੀ ਪਕਾਉਣ ਵਾਸਤੇ ਤਵਾ ਨਹੀਂ ਸੀ ਹੁੰਦਾ ਹੈ ਜੀ। ਉਹਨਾਂ ਨੂੰ ਸ਼ਕਲ ਡਰਾ ਕਰਕੇ ਦਿੱਤੀ ਵੀ ਇਹੋ ਜਿਹਾ ਹੁੰਦਾ, ਤੇ ਉਹਨਾਂ ਨੇ ਉਹ ਲਿਆ ਕੇ। ਸੋ ਬੜੇ ਕੋਆਪਰੇਟਿਵ ਸੀ ਤੁਹਾਡਾ, ਬਹੁਤ ਕੋਆਪਰੇਟਿਵ। ਤੁਹਾਡਾ ਜਿਹੜਾ ਪ੍ਰਿੰਸ ਜਾਰਜ ਵਿੱਚ ਸਮਾਂ ਹੈਗਾ ਸੀ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਲੈ ਕੇ ਚੱਲੀਏ ਵੈਨਕੂਵਰ ਇਲਾਕੇ ਵਿੱਚ 68, ਉਹਦੇ ਵਿੱਚੋਂ ਤੁਹਾਡਾ ਜਿਹੜਾ ਮੇਨ ਐਕਸਪੀਰੀਅੰਸ ਸੀ ਉਹ ਕੀ ਸੀ ਉੱਥੇ ਰਹਿਣ ਦੇ ਨਾਲ? ਕਿਉਂਕਿ ਇੱਕ ਵੱਖਰੇ ਕਲਚਰ 'ਚੋਂ ਆ ਕੇ, ਇੱਕ ਵੱਖਰੀ ਥਾਂ 'ਤੇ ਆ ਕੇ,
ਕੀ ਤੁਹਾਨੂੰ ਮਹਿਸੂਸ ਹੋਇਆ ਸੀ ਉਸ ਸਮੇਂ? ਮੈਂ ਜਿਸ ਵਕਤ ਆਇਆ, ਕਿਉਂਕਿ ਅਸੀਂ ਕਲੋਨੀਅਲ ਰਾਜ ਦੇ ਵਿੱਚ ਰਹਿੰਦੇ ਸਨ, ਪਹਿਲੀ ਗੱਲ ਤਾਂ ਸਾਨੂੰ ਇਹ ਮਹਿਸੂਸ, ਮੈਨੂੰ ਪਰਸਨਲੀ ਇਹ ਮਹਿਸੂਸ ਹੋਇਆ ਕਿ ਅਸੀਂ ਉੱਥੇ ਗੋਰਿਆਂ ਨੂੰ ਹਮੇਸ਼ਾ ਸਰ ਕਰਦੇ ਰਹਿੰਦੇ ਹਾਂ, ਪਰ ਇੱਥੇ ਤਾਂ ਕੋਈ ਖਾਸ ਫਰਕ ਨਹੀਂ ਹੈ। ਔਰ ਇੱਥੇ ਜਦੋਂ ਕਿ ਅਸੀਂ ਕਿਸੇ ਨੂੰ ਸਰ ਕਹਿੰਦੇ ਤਾਂ ਗੋਰੇ ਖਾਸ ਕਰਕੇ ਕਹਿੰਦੇ ਕਿ ਡੋਂਟ ਕਾਲ ਮੀ ਸਰ, ਕਾਲ ਮੀ ਬਾय ਮਾਈ ਫਸਟ ਨੇਮ। ਰਾਈਟ। ਹਾਂਜੀ, ਇੱਕ ਤਾਂ ਇਹ ਸਾਨੂੰ ਬਹੁਤ ਚੰਗੀ ਗੱਲ ਲੱਗੀ ਕਿ ਇੱਥੇ ਇੱਕ ਬਰਾਬਰਤਾ ਹੈਗੀ ਹੈ। ਔਰ ਦੂਸਰੀ ਗੱਲ ਸੀਗੀ ਕਿ ਜੇਕਰ ਤੁਸੀਂ ਥੋੜ੍ਹੇ ਬਹੁਤੇ ਆਊਟਗੋਇੰਗ ਆਊਟਸਪੋਕਨ ਹੈ ਤੇ ਹਰ ਇੱਕ ਬੰਦਾ ਤੁਹਾਡੀ ਗੱਲ ਸੁਣਦਾ ਸੀ ਤੇ ਤੁਹਾਡੇ ਨਾਲ ਕੋਆਪਰੇਟ ਕਰਨ ਵਾਸਤੇ ਰੈਡੀ ਹੁੰਦਾ ਸੀਗਾ। ਤੇ ਇਹ ਮਹਿਸੂਸ ਹੋਇਆ ਕਿ ਇਹ ਜਿਹੜੇ ਇੱਥੇ ਦੇ ਲੋਕ ਰਹਿੰਦੇ, ਇੱਥੇ ਵਸਿੰਦੇ ਹੈਗੇ ਆ, ਇਹ ਕਾਫੀ ਚੰਗੇ ਆ, ਪ੍ਰੋਵਾਈਡਡ ਕਿ ਜੇ ਅਸੀਂ ਇਹਨਾਂ ਨੂੰ ਆਪਣਾ ਸਹੀ ਪੱਖ ਇਹਨਾਂ ਨੂੰ ਦੱਸੀਏ ਤੇ ਇਹਨਾਂ ਦਾ ਰਿਸਪੌਂਸ ਕਾਫੀ ਚੰਗਾ ਹੈ। ਬਲਕਿ ਕਈ ਲੋਕ ਤਾਂ ਐਸੇ ਸਨ, ਮੈਨੂੰ ਯਾਦ ਹੈ ਇੱਕ ਵਾਰ ਮੈਂ ਪੋਸਟ ਆਫਿਸ ਦੇ ਵਿੱਚੋਂ ਆਪਣੀ ਮੇਲ ਲੈਣ ਵਾਸਤੇ ਗਿਆ, ਉਹ ਘਰਾਂ ਵਿੱਚ ਉੱਥੇ ਮੇਲ ਨਹੀਂ ਸੀ ਆਉਂਦੀ, ਪੋਸਟ ਆਫਿਸ 'ਚ ਆ ਜਾਂਦੀ ਸੀ, ਉੱਥੋਂ ਜਾ ਕੇ ਅਸੀਂ ਆਪਣੀ ਮੇਲ ਕਲੈਕਟ ਕਰ ਲੈਂਦੇ ਸਨ। ਤੇ ਮੈਨੂੰ ਜਿਹੜੀ ਪੋਸਟ ਆਫਿਸ ਲੜਕੀ ਕੰਮ ਕਰਦੀ ਉਹਦਾ ਨਾਮ ਮਿਸਿਸ ਹਰਨ ਸੀਗਾ, ਤੇ ਉਹ ਮੈਨੂੰ ਪੁੱਛਦੀ ਆ ਕਿ ਮਿਸਟਰ ਸਿੰਘ ਕੈਨ ਆਈ ਆਸਕ ਯੂ ਅ ਕੁਐਸਚਨ? ਮੈਂ ਕਿਹਾ ਸ਼ੋਰ, ਤੇ ਪੁੱਛੋ। ਕਹਿੰਦੀ ਵੈਨ ਯੂ ਕਮ ਹੀਅਰ ਯੂ ਸਟਾਰਟ ਸਪੀਕਿੰਗ ਇੰਗਲਿਸ਼ ਟੂ ਮੀ, ਬਈ ਇਹ ਤੁਸੀਂ ਅੰਗਰੇਜ਼ੀ ਤੂੰ ਕਿੱਦਾਂ ਬੋਲਦਾ ਹੈਗਾ ਜੀ, ਹੈ ਨਾ? ਤੇ ਜਾਨੀ ਇੱਥੇ ਦੇ ਲੋਕ ਇੰਨੇ ਇਨੋਸੈਂਟ ਭੋਲੇ ਪਾਲੇ, ਜਿਹੜੇ ਕਦੇ ਬਹੁਤ ਜਾਣਦਾ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਿਆ ਇੰਟੀਰੀਅਰ ਵਿੱਚ ਆਉਣਾ ਜੀ। ਤੇ ਮੈਂ ਉਹਨੂੰ ਕਿਹਾ ਵੀ ਇਹ ਤਾਂ ਇੱਦਾਂ ਆ ਵੀ ਜਿਸ ਤਰ੍ਹਾਂ ਮੈਂ ਪੰਜਾਬੀ ਬੋਲਦਾ ਉਨੀ ਫਾਸਟ ਹੀ ਤਕਰੀਬਨ ਅੰਗਰੇਜ਼ੀ ਬੋਲ ਲੈਂਦੇ ਹਾਂ। ਤੇ ਕਹਿੰਦੀ ਵੀ ਮੈਂ ਇਹ ਮੈਥਡ, ਇਹ ਤਰੀਕਾ ਸੋਚਦੀ ਵੀ ਇਹਨੂੰ ਤੂੰ ਕਿੰਨਾ ਟਾਈਮ ਲੱਗਦਾ ਤੈਨੂੰ ਟਰਾਂਸਲੇਟ ਕਰਨ ਨੂੰ ਪੰਜਾਬੀ ਵਿੱਚੋਂ ਫਿਰ ਅੰਗਰੇਜ਼ੀ ਵਿੱਚ, ਫਿਰ ਤੂੰ ਸਾਨੂੰ ਅੰਗਰੇਜ਼ੀ ਜਵਾਬ ਦੇਣਾ। ਜਾਣੀ ਇਹੋ ਜਿਹੇ ਲੋਕ ਸਨ, ਸਿੱਧੇ ਸਾਦੇ ਔਰ ਬੜੇ ਕੋਆਪਰੇਟਿਵ ਸਨ, ਔਰ ਚੀਜ਼ਾਂ ਆਮ ਤੌਰ 'ਤੇ ਘਰੇ ਬੜੇ ਖੁੱਲੀਆਂ ਰਹਿੰਦੀਆਂ ਸੀ, ਕੋਈ ਚੋਰੀ ਨਹੀਂ ਸੀ ਕਰਦਾ, ਕੋਈ ਐਸੀ ਗੱਲ ਨਹੀਂ ਸੀ। ਬਹੁਤ ਹੀ ਅੱਛਾ ਇਨਵਾਇਰਮੈਂਟ ਸੀਗਾ। ਬਹੁਤ ਖੂਬ ਜੀ। ਤੇ ਅਗਲੇ ਹਫਤੇ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਵੈਨਕੂਵਰ, ਜਦੋਂ ਕਿ ਇੱਕ ਨਵਾਂ ਫੇਜ਼ ਆਫ ਲਾਈਫ ਤੁਸੀਂ ਸ਼ੁਰੂ ਕੀਤਾ, ਤੇ ਖਾਸ ਤੌਰ 'ਤੇ ਤੁਹਾਡੀ ਜਿਹੜੀ ਇਨਵੋਲਵਮੈਂਟ ਹੋਈ ਕਮਿਊਨਿਟੀ ਦੇ ਵਿੱਚ, ਉਸ ਸਮੇਂ ਕੀ ਹਾਲਾਤ ਸਨ, ਅੱਜ ਕਿੱਥੇ ਖਲੋਤੇ ਹੋਏ हैं, ਇਸ ਬਾਰੇ ਅਸੀਂ ਜ਼ਿਕਰ ਕਰਾਂਗੇ ਅਗਲੇ ਹਫਤੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਹਰਪ੍ਰੀਤ ਜੀ, ਥੈਂਕ ਯੂ ਵੈਰੀ ਮਚ ਫॉर ਇਨਵਾਈਟਿੰਗ ਮੀ, ਤੇ ਮੌਕਾ ਤਾਂ ਮੈਂ ਆਪਣੀ ਕਮਿਊਨਿਟੀ ਦੇ ਨਾਲ ਕੁਝ ਦਿਲ ਦੀਆਂ ਗੱਲਾਂ ਕਰ ਸਕਾਂ।